ਮੋਜ਼ੇ ਦੁਨੀਆ ਤੇ ਆਉਂਦੇ ਆਏ ਨੇ। ਮਕੈਨਿਕੀ ਦੇ ਕੰਮ ਨੇ ਉਸਤਾਦ ਸ਼ਾਗਿਰਦ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਜਵਾਨ ਕਹਿੰਦਾ ਮਕੈਨਿਕੀ ਦਾ ਕੰਮ ਅਗਰ ਤੁਸੀਂ ਇਮਾਨਦਾਰੀ ਨਾ ਕਰੋ, ਮਸਾ ਮਾਰ ਕੇ ਤੁਸੀਂ ਘਰ ਦਾ ਖਾਣ ਪੀਣ ਨਹੀਂ ਕਰ ਸਕਦੇ, ਹੋਰ ਜ਼ਿਆਦਾ ਪੈਸੇ ਤੁਸੀਂ ਨਹੀਂ ਬਚਾ ਸਕਦੇ। ਜਵਾਨ ਕਹਿੰਦਾ ਮੈਂ 7ਵੀਂ ਕਲਾਸ ਪੜ੍ਹਦਾ, ਮੇਰਾ ਸਕੂਲ ਜਾਣ ਤੇ ਦਿਲ ਕੋਈ ਸੀ ਕਰਦਾ, ਰੋਜ਼ ਮੈਂ ਸਕੂਲੋਂ ਨਾ ਜਾਂਦਾ, ਅੱਬਾ ਜੀ ਮੈਨੂੰ ਮਾਰ ਕੇ ਜ਼ਬਰਦਸਤੀ ਸਕੂਲ ਛੱਡ ਕੇ ਆਉਂਦੇ। ਪੁੱਤਰ ਤੂੰ ਪੜ੍ਹਾਈ ਕਰ ਲੈ, ਜੇ ਤੂੰ ਪੜ੍ਹਾਈ ਨਾ ਕੀਤੀ ਮੇਰਾ ਯਾਰ ਹੈ ਮਕੈਨਿਕ, ਮੈਂ ਤੈਨੂੰ ਉਹਦੇ ਕੋਲ ਛੱਡ ਆਉਣਾ। ਕਹਿੰਦਾ ਮੈਂ ਬੜਾ ਖੁਸ਼ ਹੋ ਕੇ ਅੱਬੇਰਾ ਨੂੰ ਆਖਿਆ ਮੈਂ ਪੜ੍ਹਾਈ ਕੋਈ ਨਹੀਂ ਕਰਨੀ, ਤੁਸੀਂ ਮੈਨੂੰ ਮਕੈਨਿਕੀ ਦੇ ਕੰਮ ਤੇ ਪਾ ਦਿਓ। ਕਹਿੰਦਾ ਅੱਬੇਰਾ ਮੇਰੀ ਬਾਂਹ ਫੜੀ ਤੇ ਆਪਣੇ ਯਾਰ ਕੋਲ ਲੈ ਗਏ। ਕਹਿੰਦਾ ਜੀਟੀ ਰੋਡ ਦੇ ਨਾਲ ਹੀ ਉਹਨਾਂ ਦਾ ਛੋਟਾ ਜਿਹਾ ਖੋਖਾ ਆ, ਉਹਨਾਂ ਜਾ ਕਹਿੰਦੇ ਕਿ ਮੇਰੇ ਬੱਚੇ ਨੂੰ ਤੂੰ ਇੱਥੇ ਬਿਠਾ, ਇਹਨੂੰ ਪਤਾ ਲੱਗੇ ਕਿ ਕੰਮ ਕਿਸ ਤਰ੍ਹਾਂ ਕਰੀਦਾ। ਕਹਿੰਦਾ ਮੈਂ ਬੜਾ ਖੁਸ਼ ਹੋ ਕੇ 2 ਦਿਨ ਗਿਆ, ਤੀਸਰੇ ਦਿਨ ਮੇਰਾ ਦਿਲ ਕੋ ਨਾ ਕਰੇ ਜਾਣ ਤੇ। ਕਹਿੰਦਾ ਫਿਰ ਅੱਬਾ ਜੀ ਜ਼ਬਰਦਸਤੀ ਉੱਤੇ ਛੱਡ ਕੇ ਅੱਗੋਂ ਉਸਤਾਦ ਮੇਰਾ ਕਹਿੰਦਾ ਪੁੱਤਰ ਤੇਰਾ ਨਹੀਂ ਦਿਲ ਕਰਦਾ ਪਿਆ ਕੰਮ ਕਰਨ ਤੇ ਕੋਈ ਗੱਲ ਨਹੀਂ, ਤੂੰ ਉੱਥੇ ਆਰਾਮ ਸਕੂਲਾਂ ਉੱਤੇ ਕਾਊਂਟਰ ਤੇ ਬਹਿ ਜਾ, ਜੇ ਤੇਰਾ ਦਿਲ ਕੀਤਾ ਫਿਰ ਤੂੰ ਆ ਕੇ ਸਾਡੇ ਕੰਮ ਕਰ ਲਈ, ਭਾਵੇਂ ਮਹੀਨਾ ਇੰਝ ਬੈਠਾ ਰਹਾ, 2 ਮਹੀਨੇ ਇੰਝ ਬੈਠਾ ਰਹਾ। ਕਹਿੰਦਾ ਮੈਂ ਬੜਾ ਖੁਸ਼ ਹੋ ਕੇ ਕਾਊਂਟਰ ਤੇ ਬੈਠਾ ਰਿਹਾ। ਕਹਿੰਦਾ ਜਿਸੇ ਦੁਪਹਿਰਾਂ ਦੀ ਰੋਟੀ ਆਉਂਦੀ ਸੀ ਉਸਤਾਦ ਜੀ ਪਹਿਲਾਂ ਸਾਨੂੰ ਦਵਾਂ ਨੂੰ ਖਵਾਲਦੇ। ਕਹਿੰਦਾ ਇੱਕ ਹੋਰ ਹੀ ਮੋੜਾ ਰੱਖਿਆ ਸੀ ਨੇ ਮੇਰੀ ਉਮਰ ਦਾ, ਕਹਿੰਦਾ ਸਾਨੂੰ ਦਵਾਂ ਨੂੰ ਪਹਿਲਾਂ ਰੋਟੀ ਖਵਾਲਦੇ ਫਿਰ ਬਾਅਦ ਚਾਪੂ ਖਾਂਦੇ ਸੀ, ਇਸ ਤਰ੍ਹਾਂ ਦੀ ਉਹਨਾਂ ਦੀ ਆਦਤ ਹੈ। ਕਹਿੰਦਾ 2-3 ਦਿਹਾੜੇ ਤੇ ਮੈਂ ਬਹਿ ਕੇ ਤੱਕਿਆ, ਉਸ ਤੋਂ ਬਾਅਦ ਮੇਰਾ ਵੀ ਦਿਲ ਕੀਤਾ ਮੁੰਡਾ ਲੱਗਿਆ ਤੇ ਕਹਿੰਦਾ ਮੈਂ ਵੀ ਨਾਲ ਉਹਦੇ ਮਦਦ ਕਰਾਣੀ ਸ਼ੁਰੂ ਕਰ ਦਿੱਤੀ। ਕਹਿੰਦਾ 3 ਸਾਲ ਮੈਂ ਤੇ ਉਹ ਮੁੰਡੇ ਨੇ ਲਗਾਤਾਰ ਕੰਮ ਕੀਤਾ। ਕਹਿੰਦਾ ਸਾਡੇ ਖੋਖੇ ਦੇ ਨਾਲ ਇੱਕ ਹੋਰ ਖੋਖਾ ਆ ਮਕੈਨਿਕ ਸੀ ਉਹ ਵੀ, ਕਹਿੰਦਾ ਉਹਨੇ ਉਹਨੂੰ ਆਖਿਆ ਕਿ ਮੈਂ ਤੈਨੂੰ ਤਨਖਾਹ ਦਿਆਂਗਾ, ਜਿਹੜਾ ਮੁੰਡਾ ਪੁਰਾਣਾ ਲੱਗਿਆ ਸੀ ਕਿ ਤੂੰ ਮੇਰੇ ਕੋਲ ਆ ਜਾ। ਕਹਿੰਦਾ ਉਹਨੇ ਛੱਡਿਆ ਉਸਤਾਦਾਂ ਕੋਲੋਂ, ਉੱਥੇ ਟੁਰ ਗਿਆ ਕਿਉਂਕਿ ਉਹ ਤਨਖਾਹ ਦਿੰਦੇ ਸੀ, ਉਸਤਾਦ ਵੀ ਸਿਰਫ ਗੱਡੀ 'ਚੋਂ ਪ੍ਰੋਫਿਟ ਦਿੰਦੇ ਸੀ, ਹੋਰ ਪੈਸੇ ਕੌਣ ਸੀ ਦਿੰਦੇ। ਕਹਿੰਦਾ ਮੁੰਡਾ ਉੱਥੇ ਨੱਸ ਗਿਆ, ਲੇਕਿਨ ਉਸਤਾਦ ਨਾਲ ਕੋਈ ਮਹਿਸੂਸ ਨਾ ਕਰਦੇ। ਕਹਿੰਦੇ ਕੋਈ ਗੱਲ ਨਹੀਂ, ਇਹਦੀ ਆਪਣੀ ਕਿਸਮਤ ਹੈ, ਜ਼ਾਹਿਰੀ ਗੱਲ ਹੈ ਇਹਨੇ ਪੈਸੇ ਕਮਾਣੇ ਨੇ, ਮੈਂ ਬੁਰਾ ਨਹੀਂ ਮਨਾਇਆ। ਕਹਿੰਦਾ ਹੋਰ ਛੱਡ ਕੇ ਉਹਦੇ ਕੋਲੋਂ ਹਾਲ-ਵਾਲ ਪੁੱਛਦੇ ਰਹਿੰਦੇ ਸੀ ਅਕਸਰ। ਕਹਿੰਦਾ ਮੈਂ ਉਹਨਾਂ ਕੋਲ ਕਰਦਿਆਂ ਕਰਿਆ ਮੈਨੂੰ 7 ਸਾਲ ਹੋ ਗਏ ਸੀ ਕੰਮ ਕਰਦਿਆਂ। ਕਹਿੰਦਾ ਜਿਹੜੇ ਨਾਲ ਵਾਲੇ ਸੀ ਖੋਖੇ ਵਾਲੇ ਜਿਹਦੇ ਕੋਲ ਮੁੰਡਾ ਗਿਆ ਸੀ ਕੰਮ ਵਾਸਤੇ, ਕਹਿੰਦਾ ਉਹਨੇ ਆਪਣੀ ਦੁਕਾਨ ਲੈ ਕੇ ਜੈਕ ਸ਼ੈਕ ਰੱਖ ਲਿਆ, ਗੱਡੀ ਥੱਲਿਓਂ ਚੈੱਕ ਕਰਨੀ ਸ਼ੁਰੂ ਕਰ ਦਿੱਤੀ, ਚੰਗੇ ਭਲੇ ਉਹ ਸੈੱਟ ਹੋ ਗਏ। ਕਹਿੰਦਾ ਸਾਡਾ ਉਸਤਾਦ ਜਿਹੜਾ ਉੱਥੇ ਦਾ ਉੱਥੇ ਸੀ, ਖੋਖਾ ਲੈ ਕੇ ਬੈਠਿਆ ਸੀ। ਕਹਿੰਦਾ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਉਸਤਾਦਰਾਂ ਨੂੰ ਪੁੱਛਾਂ ਕਿ ਉਸਤਾਦ ਜੀ ਤੁਸੀਂ ਕਿਉਂ ਨਹੀਂ ਇਸ ਤਰ੍ਹਾਂ ਦੁਕਾਨ ਚਾਨ ਬਣਾਉਂਦੇ, ਤੁਹਾਨੂੰ ਕਿ ਪ੍ਰੋਫਿਟ ਨਹੀਂ ਹੁੰਦੀ। ਕਹਿੰਦਾ ਮੈਂ ਵੀ ਤੱਕਦਾ ਰਹਿੰਦਾ ਸਾਂ, ਲੇਕਿਨ ਉਸਤਾਦ ਜੀ ਜਿਹੜਾ ਬਿਲਕੁਲ ਇਮਾਨਦਾਰੀ ਨਾਲ ਕੰਮ ਕਰਦੇ ਸੀ, ਜਿਹੜਾ ਕੰਮ ਦਾ ਨੁਕਸ ਹੁੰਦਾ ਗੱਡੀ 'ਚ ਉਹ ਹੀ ਕੰਮ ਕਰ ਦਿੰਦੇ, ਫਾਲਤੂ ਕੰਮ ਜਿਹੜੇ ਉਹ ਨਹੀਂ ਸੀ ਦੱਸਦੇ। ਕਹਿੰਦਾ ਮੈਂ ਕਿਹਾ ਉਸਤਾਦ ਜੀ ਅਸੀਂ ਇੱਥੇ ਦੇ ਉੱਥੇ ਹੀ ਖੋਖਾ ਰੱਖੀ ਆ ਤੇ ਇਹ ਜਿਹੜੇ ਨੇ ਦੁਕਾਨ ਬਣਾ ਲਈ ਨੇ, ਜੈਕ ਸ਼ੈਕ ਲੈਣ ਦਾ ਨੇ, ਬੜੇ ਸੈੱਟ ਹੋ ਗਏ ਨੇ। ਕਹਿੰਦਾ ਉਸਤਾਦ ਜੀ ਕਹਿੰਦਾ ਪੁੱਤਰ ਗੱਲ ਸੁਣ, ਬੇਈਮਾਨੀ ਨਾਲ ਜਿਹੜਾ ਬੰਦਾ 4 ਦਿਨ ਖੁਸ਼ ਹੋ ਸਕਦਾ ਲੇਕਿਨ ਉਹ ਬੰਦੇ ਦੇ ਪੈਸੇ ਵੀ ਉਸ ਤਰ੍ਹਾਂ ਨਿਕਲਦੇ ਨੇ, ਅਸੀਂ ਕਿਉਂ ਬੇਈਮਾਨੀ ਕਰੀਏ। ਜਿਹੜੀ ਗੱਡੀ ਆਉਂਦੀ ਉਹਦਾ ਨੁਕਸ ਹੁੰਦਾ ਸੀ ਉਹ ਹੀ ਦੱਸਦੇ ਆ, ਹੋਰ ਜ਼ਿਆਦਾ ਪੈਸੇ ਮੈਂ ਨਹੀਂ ਕਮਾਉਣਾ ਚਾਹੁੰਦਾ। ਮੇਰਾ ਪੁੱਤਰ ਤੈਨੂੰ ਵੀ ਮੈਂ ਇਹ ਨਸੀਹਤ ਕਰਾਂਗਾ, ਜ਼ਿੰਦਗੀ 'ਚ ਕਦੇ ਵੀ ਇਸ ਤਰ੍ਹਾਂ ਦਾ ਕੰਮ ਤੂੰ ਨਾ ਕਰੀ। ਕਹਿੰਦਾ ਮੈਂ ਉਸਤਾਦਾਂ ਦੀ ਗੱਲ ਸੁਣ ਕੇ ਤੇ ਚੁੱਪ ਹੋ ਗਿਆ, ਜ਼ਾਹਿਰੀ ਗੱਲ ਆ ਮੇਰਾ ਵੀ ਦਿਲ ਕਰਦਾ ਸੀ ਪੈਸੇ ਕਮਾਉਣ ਤੇ, ਲੇਕਿਨ ਕਹਿੰਦਾ ਉਸਤਾਦਾਂ ਕੋਲ ਜਿਹੜਾ ਨਾ ਅਕਸਰ ਬੰਦੇ ਆਉਂਦੇ ਸੀ ਜਿਹੜੇ ਬਾਹਰੋਂ ਆਏ ਹੁੰਦੇ ਨੇ, ਕਹਿੰਦਾ ਉਹਨਾਂ ਦੇ ਯਾਰ ਦੋਸਤ ਬਣ ਗਏ ਕਿਉਂਕਿ ਉਸਤਾਦ ਹੋਰੀ ਬੜੀ ਸੋਹਣੀ ਗੱਡੀ ਛੱਡੀ ਉਹਨਾਂ ਨੂੰ ਸੈੱਟ ਕਰਕੇ ਦਿੰਦੇ ਸੀ। ਕਹਿੰਦਾ ਉਹ ਬੰਦਿਆਂ ਦੀ ਗੱਪਸ਼ਪ ਕਾਫੀ ਜ਼ਿਆਦਾ ਸੀ, ਬਾਹਰੋਂ ਫੋਨ ਵੀ ਕਰਦੇ ਰਹਿੰਦੇ ਸੀ ਉਸਤਾਦਾਂ ਨੂੰ। ਕਹਿੰਦਾ ਇੱਕ ਉਹਨਾਂ ਦਾ ਯਾਰ ਦੋਸਤ ਨੇ ਕਿਹਾ ਗੱਲ ਸੁਣ ਯਾਰ, ਇੱਥੇ ਇੰਗਲੈਂਡ ਜਿਹੜਾ ਮਕੈਨਿਕੀ ਦਾ ਕੰਮ ਹੈ, ਜੇ ਤੂੰ ਆਖੇ ਤੇ ਮੈਂ ਤੇਰੇ ਵਾਸਤੇ ਵੀਜ਼ਾ ਟੋਰਾਂ। ਕਹਿੰਦਾ ਉਸਤਾਦ ਜੀ ਕਹਿੰਦੇ ਕੋਈ ਮਸਲਾ ਜੇ ਤਨਖਾਹ ਚਾ ਠੀਕ ਹੋਵੇ ਤੇ ਮੈਂ ਇੱਥੇ ਆ ਜਾਵਾਂਗਾ। ਕਹਿੰਦਾ ਉਹਨੇ ਵੀਜ਼ਾ ਟੋਰਿਆ ਤੇ ਉਸਤਾਦ ਜੀ ਫਟੋਫਟ ਤਿਆਰ ਹੋ ਗਏ, ਬੜੇ ਖੁਸ਼ ਸੀ ਕਿ ਚਲੋ ਮੇਰਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਤੇ ਮੈਂ ਜਾ ਰਿਹਾ। ਮੈਨੂੰ ਕਹਿੰਦੇ ਨੇ ਕਿ ਖੋਖਾ ਹੁਣ ਤੇਰਾ ਦਿਲ ਕਰਦਾ ਇਹਨੂੰ ਵੇਚ, ਦਿਲ ਕਰਦਾ ਤੈਨੂੰ ਚਲਾ, ਦਿਲ ਕਰਦੀ ਤੇ ਇਜ਼ਾਫਾ ਕਰ ਲੈ, ਲੇਕਿਨ ਮੈਂ ਤੈਨੂੰ ਇੱਕੋ ਹੀ ਨਸੀਹਤ ਕਰਾਂਗਾ ਇਹਨੂੰ ਇਮਾਨਦਾਰੀ ਨਾਲ ਚਲਾਈ ਤੇ ਅੱਲਾ ਆਪੇ ਬਰਕਤ ਪਾਏਗਾ। ਲੇਕਿਨ ਮੈਂ ਚੱਲਾਂ ਤੇ ਇਤਨੇ ਪੈਸੇ ਨੇ ਖੋਖੇ ਦੇ, ਤੇਰਾ ਦਿਲ ਮੰਨਿਆ ਜਦੋਂ ਤੇਰੇ ਕੋਲ ਪੈਸੇ ਹੋਏ ਤੂੰ ਦੇ ਦੀ, ਨਾ ਹੋਏ ਤੇ ਬੇਸ਼ੱਕ ਨਾ ਦੇ। ਕਹਿੰਦਾ ਉਸਤਾਦ ਜੀ ਉੱਥੋਂ ਟੁਰ ਕੇ 3-4 ਸਾਲਾਂ ਬਾਅਦ ਆਏ ਆਪਣੀ ਫੈਮਿਲੀ ਲੈਣ ਵਾਸਤੇ, ਬੜੇ ਖੁਸ਼ ਹੈ, ਸੋਹਣਾ ਕੱਪੜਾ ਜੁੱਤੀ ਪਾਏ ਆ, ਬੜੇ ਖੁਸ਼ ਹੈ। ਕਹਿੰਦਾ ਠੀਕ ਠਾਕ ਹੈ, ਮੈਨੂੰ ਕਹਿੰਦੇ ਕਿ ਜਿਹੜੇ ਖੋਖੇ ਦੇ ਪੈਸੇ ਮੈਂ ਤੈਨੂੰ ਆਕੇ ਸੀ ਉਹ ਮੈਨੂੰ ਕੋਈ ਨਹੀਂ ਲੋੜ ਹੈ, ਵੀ ਤੂੰ ਹੀ ਰੱਖ ਲੈ। ਕਹਿੰਦਾ ਮੈਂ ਬੜਾ ਖੁਸ਼ ਹੈ, ਉਸਤਾਦ ਜੀ ਝੱਟ ਮੇਰੇ ਕੋਲ ਬੈਠੇ ਤੇ ਉੱਠ ਕੇ ਟੁਰ ਗਏ, ਆਪਣੀ ਫੈਮਿਲੀ ਲੈ ਕੇ ਬਾਹਰ ਟੁਰ ਗਏ। ਕਹਿੰਦਾ ਮੈਂ ਅੱਗੋਂ ਕੰਮ ਕਰਦਾ ਰਿਹਾ 8-9 ਸਾਲ ਲਗਾਤਾਰ ਮੈਨੂੰ ਹੋ ਗਏ ਸੀ ਕੰਮ ਕਰਦਿਆਂ। ਕਹਿੰਦਾ ਮੇਰੇ ਖੋਖੇ ਦੇ ਸਾਹਮਣੇ ਇੱਕ ਬਜ਼ੁਰਗ ਆਉਂਦੇ, ਉਹਨਾਂ ਹੱਥ 'ਚ ਵੈਪਰ ਫੜੇ ਦਾ, ਜੂਈ ਕੋਈ ਗੱਡੀ ਆਉਂਦੀ ਉਹਦੇ ਵੈਪਰ ਚੇਂਜ ਕਰਨ ਵਾਸਤੇ ਉਹ ਅੱਗੇ ਹੋ ਜਾਂਦੇ ਸੀ। ਕਹਿੰਦਾ ਮੈਂ ਉਹਨਾਂ ਨੂੰ ਬੜੀ ਵਾਰੀ ਆਖਿਆ, ਕਹਿੰਦਾ ਮੈਂ ਵੀ ਇੱਕ ਸ਼ਾਗਿਰਦ ਰੱਖਿਆ ਸੀ, ਮੈਂ ਬੜੀ ਵਾਰੀ ਸ਼ਾਗਿਰਦ ਨੂੰ ਟੋਰਿਆ ਕਿ ਜਾ ਬਾਬੇਰਾਂ ਨੂੰ ਬੁਲਾ ਲਿਆ, ਗਰਮੀ ਬੜੀ ਆ ਕੇ ਸਾਡੇ ਕੋਲ ਰੋਟੀ ਖਾ ਲੈਣ। ਕਹਿੰਦਾ ਲੇਕਿਨ ਉਹ ਬਾਬੇ ਹੋਰੀ ਕਦੇ ਵੀ ਸਾਡੇ ਕੋਲ ਆ ਕੇ ਰੋਟੀ ਨਹੀਂ ਖਾਧੀ। ਕਹਿੰਦਾ 1-2 ਵਾਰੀ ਆ ਕੇ ਸਾਡੇ ਕੂਲਰ 'ਚੋਂ ਪਾਣੀ ਪੀਤਾ ਨੇ। ਕਹਿੰਦਾ ਇੱਕ ਦਿਨ ਇੰਝ ਹੋਇਆ ਕਿ ਉਹ ਬਾਬੇ ਰੀ ਇੰਝ ਵੈਪਰ ਵੇਚਦੇ ਯਕਦਮ ਥੱਲੇ ਬਹਿ ਗਏ। ਕਹਿੰਦਾ ਮੈਂ ਨਿੱਕੇ ਨੂੰ ਟੋਰਿਆ ਜਾ ਤੱਕ ਬਾਬੇਰਾਂ ਨੂੰ ਕੀ ਹੋਇਆ। ਉਹਨੇ ਫਿਰ ਬੁਲਾਇਆ ਉਸਤਾਦ ਜੀ ਜਲਦੀ ਆਓ, ਲੱਗਦਾ ਬੇਹੋਸ਼ ਹੋ ਗਏ ਨੇ। ਕਹਿੰਦਾ ਅਸਾਂ ਫਟਫਟ ਫੜ ਕੇ, ਗਰਮੀ ਬੜੀ ਸੀ, ਕਹਿੰਦਾ ਆਪਣੇ ਖੋਖੇ 'ਚ ਲੈ ਗਏ, ਅੰਦਰ ਜਾ ਕੇ ਉਹਨਾਂ ਨੂੰ ਪਾਣੀ ਦਾ ਛੱਟਾ ਮਾਰਿਆ, ਪਾਣੀ ਪਿਲਾਇਆ। ਕਹਿੰਦਾ ਜਿਉਂ ਹੀ ਉਹਨਾਂ ਨੂੰ ਹੋਸ਼ ਆਈ ਆ ਤੇ ਰੋਣਾ ਸ਼ੁਰੂ ਹੋ ਗਏ। ਕਹਿੰਦਾ ਮੈਂ ਕਿਹਾ ਕੀ ਹੋਇਆ ਬਾਬਾ ਜੀ, ਤੁਹਾਨੂੰ ਤੇ ਅਸੀਂ ਅਕਸਰ ਆਨੇ ਆ ਜਾਓ ਸਾਡੇ ਨਾਲ ਬਹਿ ਕੇ ਰੋਟੀ ਖਾ ਲਓ, ਲੇਕਿਨ ਤੁਸੀਂ ਨਹੀਂ ਆਉਂਦੇ। ਉਹਦਾ ਨਹੀਂ ਪੁੱਤਰ ਮੈਂ ਇਹ ਗੱਲ ਨਹੀਂ ਆ, ਮੈਂ ਹੋਰ ਗੱਲ ਤੋਂ ਪਰੇਸ਼ਾਨ ਆ। ਮੈਂ ਕਿਹਾ ਬਾਬਾ ਜੀ ਦੱਸੋ ਕਿਹੜੀ ਗੱਲੋਂ ਪਰੇਸ਼ਾਨ ਹੋ, ਅਗਰ ਮੇਰੇ ਕੋਲ ਕੋਈ ਹੱਲ ਹੋਇਆ ਤੇ ਮੈਂ ਤੁਹਾਡਾ ਕਰ ਜਾਂ। ਕਹਿੰਦਾ ਮੈਨੂੰ ਤੱਕਦਾ ਜੇ ਰਹਿੰਦਾ, ਬੜੀ ਇਮਾਨਦਾਰੀ ਨਾਲ ਮਿਹਨਤ ਕਰਨ ਲੱਗੇ ਨੇ ਇਤਨੇ ਬਜ਼ੁਰਗ। ਉਹਨਾਂ ਕਿਹਾ ਪੁੱਤਰ ਗੱਲ ਸੁਣ, ਮੇਰੀ ਇੱਕੋ ਬੱਚੀ ਹੈ ਤੇ ਉਹਦੀ ਮੰਗਣੀ ਹੋਈ ਸੀ, ਜਿਸ ਵਜ੍ਹਾ ਤੋਂ ਉਹਦੀ ਮੰਗਣੀ ਟੁੱਟ ਗਈ ਹੈ, ਉਹਨਾਂ ਸਾਡੇ ਕੋਲ ਪੈਸੇ ਵੀ ਢੇਰ ਖਾ ਲਏ ਨੇ, ਲੇਕਿਨ ਹੁਣ ਜਿਹੜਾ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਬੱਚੀ ਮੇਰੀ ਦਾ ਹੁਣ ਕੀ ਬਣੇਗਾ, ਮੇਰੀ ਵੀ ਉਮਰ ਢੇਰ ਹੋਈ ਹੈ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋਇਆ ਬਾਬੇਰਾਂ ਦੀ ਗੱਲ ਸੁਣ। ਮੈਂ ਕਿਹਾ ਬਾਬਾ ਜੀ ਇੰਝ ਲੱਗਦਾ ਅੱਲਾ ਨੇ ਸਾਨੂੰ ਮਿਲਾਏ ਤਾਂ ਮੈਂ। ਕਹਿੰਦਾ ਬਾਬਾ ਜੀ ਮੈਂ ਆਪੂ ਆਪਣੇ ਮੁੰਡੇ ਵਾਸਤੇ ਰਿਸ਼ਤਾ ਪਿਆ ਢੂੰਡਣਾ ਤੇ ਮੈਨੂੰ ਵੀ ਆਪਣੇ ਮੁੰਡੇ ਵਾਸਤੇ ਰਿਸ਼ਤਾ ਚਾਹੀਦਾ, ਤੇ ਅਗਰ ਤੁਹਾਡੀ ਕੁੜੀ ਠੀਕ ਹੈ ਮੈਂ ਆਪਣੀ ਬੀਵੀ ਨੂੰ ਨਾਲ ਲੈ ਕੇ ਆਵਾਂਗਾ ਤੇ ਤੁਹਾਡੀ
ਤੁਹਾਡੇ ਘਰੋਂ ਕਰ ਲਾਂਗੇ। ਕਹਿੰਦਾ ਮੈਂ ਕੋਈ ਨਹੀਂ ਸੋਚਿਆ ਕਿ ਅਸੀਂ ਉਹਨਾਂ ਨਾਲ ਜ਼ਰਾ ਵਾਲ ਲਾਂ। ਕਹਿੰਦਾ ਮੈਂ ਵੀ ਉਂਝ ਕਿਰਾਏ ਦੇ ਮਕਾਨ ਤੇ ਹੀ ਰਹਿੰਦਾ ਸਾਂ, ਇੰਨਾ ਸੈੱਟ ਕੋਈ ਨਹੀਂ ਸੀ ਹੈ। ਕਹਿੰਦਾ ਬਾਬਾ ਜੀ ਬੜੇ ਖੁਸ਼ ਹੋਏ। ਕਹਿੰਦਾ ਮੈਂ ਆਪਣੀ ਬੀਵੀ ਨਾਲ ਜਾ ਕੇ ਗੱਲ ਕੀਤੀ, ਉਹ ਵੀ ਬੜੀ ਖੁਸ਼। ਉਹਨੇ ਕਿਹਾ ਕੋਈ ਮਸਲਾ ਨਹੀਂ, ਉਹ ਵੀ ਸਾਡੇ ਯਾਰ ਗਰੀਬ ਹੀ ਨੇ, ਚਲੋ ਅੱਲਾਹ ਤਾਲਾ ਜੇ ਸਾਨੂੰ ਵਸੀਲਾ ਬਣਾਇਆ ਤੇ ਅਸੀਂ ਬੜੇ ਖੁਸ਼ ਹਾਂ, ਨਸੀਬ ਹਾਂ। ਕਹਿੰਦਾ ਬਹਰਹਾਲ ਉੱਥੇ ਜਿਹੜਾ ਨਾ ਅਸੀਂ ਉਹਨਾਂ ਦੇ ਘਰ ਗਏ, ਜਾ ਕੇ ਕੁੜੀ ਤੱਕੀ, ਕੁੜੀ ਵਾਕਈ ਬੜੀ ਸੋਹਣੀ ਸੀ। ਕਹਿੰਦਾ ਉਹਨਾਂ ਨਾਲ ਗੱਲਬਾਤ ਕੀਤੀ, ਗੱਲ ਸਾਡੀ ਪੱਕੀ ਹੋ ਗਈ। ਕਹਿੰਦਾ ਉਹਨੂੰ ਵਿਆਹ ਕੇ ਅਸੀਂ ਆਪਣੇ ਘਰ ਲੈਂਦਾ। ਕਹਿੰਦੇ ਸੇ ਘਰ ਲੈਂਦਾ ਤੇ ਕੁੜੀ ਬੜੀ ਚੰਗੀ ਸੀ, ਬੜੀ ਖਿਦਮਤ ਕਰਦੀ, ਜਿਵੇਂ ਮੈਂ ਕੰਮ ਤੋਂ ਜਾਂਦਾ ਹੋਰ ਛੱਡ ਕੇ ਸਾਡੇ ਨਾਲ ਹੋ ਜਾਂਦੀ, ਰੋਟੀ ਛੋਟੀ ਬਣਾਣੀ, ਖਵਾਣਾ ਪਿਆਣਾ। ਕਹਿੰਦਾ ਬੜੇ ਖੁਸ਼ ਸਾਂ ਅਸੀਂ ਉਹਦੇ ਤੋਂ। ਕਹਿੰਦਾ ਇੱਕ ਦਿਨ ਇੰਜ ਹੋਇਆ ਕਿ ਬਾਬੇ ਦੀ ਬਿਮਾਰ ਹੋ ਗਏ, ਉਹਨਾਂ ਨੂੰ ਮੈਂ ਹਸਪਤਾਲ ਲੈ ਕੇ ਟੁਰ ਗਿਆ। ਜਿਸ ਵੇਲੇ ਮੈਂ ਹਸਪਤਾਲ ਲੈ ਕੇ ਗਿਆ ਤੇ ਅੱਗੋਂ ਘਰੋਂ ਫੋਨ ਆਇਆ ਕਿ ਘਰ ਕੋ ਬਜ਼ੁਰਗ ਆਏ ਨੇ, ਆ ਕੇ ਬੈਠੇ ਨੇ ਤੇ ਉਹ ਬਾਬੇ ਰਾਂ ਦਾ ਪੁੱਛਦੇ ਨੇ ਪਏ ਤੇ ਇਸ ਵਾਸਤੇ ਉਹ ਮਿਲਣਾ ਚਾਹੁੰਦੇ ਨੇ। ਕਹਿੰਦਾ ਮੈਂ ਕਿਹਾ ਚਲੋ ਡ੍ਰਿਪਾਂ ਹੁਣ ਖਤਮ ਹੋਣੀਆਂ ਨੇ ਤੇ ਫਿਰ ਅਸੀਂ ਘਰ ਆਉਂਦੇ ਹਾਂ ਤੇ ਫਿਰ ਆ ਕੇ ਉਹਨਾਂ ਨੂੰ ਮਿਲ ਲੈਂਦੇ ਹਾਂ। ਕਹਿੰਦਾ ਜੋ ਬਾਬੇ ਰਾਂ ਨੂੰ ਘਰ ਲੈ ਕੇ ਆ ਗਏ, ਉਹ ਬਜ਼ੁਰਗ ਬੈਠੇ ਸੀ। ਕਹਿੰਦਾ ਬੜਾ ਸੋਹਣਾ ਉਹਨਾਂ ਤਹਿਮਤ ਪਾਇਆ, ਬੋਸਕੀ ਦੇ ਉੱਤੇ ਕਮੀਜ਼ ਹੀ ਪਾਈ ਸੀ, ਕੁੜਤਾ ਜਿਹਾ। ਕਹਿੰਦਾ ਮੁੱਛਾਂ ਨੂੰ ਚੰਗਾ ਵਰਸ਼ਰ ਦਿੱਤਾ, ਪਗੜੀ ਪਾਈ ਸੀ, ਹੱਥ 'ਚ ਖੁੰਡੀ ਫੜੀ ਸੀ ਨੇ। ਕਹਿੰਦਾ ਜੋ ਹੀ ਅੰਦਰ ਵੜਿਆ ਨਾ ਤੇ ਯਕਦਮ ਮੰਜੀ ਤੋਂ ਥੱਲੇ ਬਹਿ ਗਏ ਨੇ ਉਹ। ਕਹਿੰਦਾ ਬਾਬੇ ਰਾਂ ਤੋਂ ਘੱਟ ਹੀ ਬਜ਼ੁਰਗ ਹੋਣੇ ਨੇ। ਕਹਿੰਦਾ ਲੇਕਿਨ ਮੰਜੀ ਤੋਂ ਥੱਲੇ ਬਹਿ ਗਏ। ਜੋ ਹੀ ਬਾਬੇ ਦੀ ਕੋਲ ਗਏ, ਬਾਬੇ ਰਾਂ ਉੱਥੇ ਥੱਲੇ ਹੀ ਬਹਿ ਕੇ ਉਹਨੂੰ ਕਲਾਵਾ ਮਾਰ ਲਿਆ, ਉਹਦੇ ਕੰਡ ਤੇ ਪਿਆਰ, ਉਹਦੇ ਮੱਥੇ ਤੇ ਪਿਆਰ, ਉਹਦੇ ਵਾਲਾਂ ਤੇ ਪਿਆਰ, ਕੁੱਟ ਕੇ ਕਲਾਵਾ ਮਾਰ ਲਿਆ ਉਹਨੂੰ ਬੜੀ ਚੰਗੀ ਤਰ੍ਹਾਂ। ਕਹਿੰਦਾ ਉੱਠ ਕੇ ਨਾ ਤੇ ਉਹ ਨਿੱਕਾ ਜਿਹੜਾ ਪਾਬਾ ਸੀ ਨਾ, ਉਹ ਉੱਠ ਕੇ ਕਹਿੰਦਾ ਲਾਲਾ ਮੈਨੂੰ ਮਾਫ ਕਰ ਦੇ, ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ। ਕਹਿੰਦਾ ਅੱਗੋਂ ਬਾਬੇ ਰੀ ਕਹਿੰਦਾ ਨਾ ਕੋਈ ਤੂੰ ਗਲਤੀ ਨਹੀਂ ਕੀਤੀ, ਜੋ ਤੇਰੇ ਵਾਸ ਚ ਆਇਆ ਤੂੰ ਕੀਤਾ। ਲੇਕਿਨ ਕਹਿੰਦਾ ਜੂ ਗੱਲਾਂ ਛਿੜੀਆਂ, ਉਹਨੇ ਆਖਿਆ ਲਾਲਾ ਗੱਲ ਸੁਣ, ਤੇਰੀ ਜਿਹੜੀ ਜਦਾਦ ਹੈ, ਤੇਰੀਆਂ ਜਿਹੜੀਆਂ ਦੁਕਾਨਾਂ ਨੇ, ਤੂੰ ਆਪਣੀਆਂ ਲੈ, ਮੈਂ ਤੈਨੂੰ ਕਦੋਂ ਦਾ ਢੂੰਡਣਾ ਪਿਆ, ਤੂੰ ਮੈਨੂੰ ਲੱਭਦਾ ਕੋਈ ਨਹੀਂ ਪਿਆ। ਉਹਨੇ ਆਖਿਆ ਕੋਈ ਨਹੀਂ ਯਾਰ, ਮੈਂ ਤੂੰ ਛੱਡ ਆਇਆ, ਮੈਂ ਤੇਰੇ ਨਾਲ ਲੜਾਈ ਤੇ ਕੋਈ ਨਹੀਂ ਸੀ ਕਰਨੀ। ਕਹਿੰਦਾ ਬਹਰਹਾਲ ਬਾਬੇ ਰਾਂ ਦੀਆਂ ਬੜੀਆਂ ਮਹਿੰਗੀਆਂ ਦੁਕਾਨਾਂ ਆਈਆਂ, ਕਰੋੜਾਂ ਦਾ ਉਹਨਾਂ ਦਾ ਮਾਲਕ ਹੈ, ਲੇਕਿਨ ਬਾਬੇ ਰੀ ਵੈਪਰ ਵੇਚਦੇ ਪਏ। ਬਾਬੇ ਰਾਂ ਪੁੱਛਿਆ ਕਿ ਕੰਮ ਤੁਸੀਂ ਕਿਉਂ ਕੀਤਾ? ਕਹਿੰਦੇ ਨੇ ਪੁੱਤਰ ਮੇਰਾ ਭਰਾ ਹੈ ਨਿੱਕਾ ਤੇ ਇਸ ਵੇਲੇ ਮਾਂ-ਬਾਪ ਫੌਤ ਹੋਏ ਨੇ, ਸਾਡੀ ਆਪੇ 'ਚ ਬਹਿਸ ਸ਼ੁਰੂ ਹੋ ਗਈ ਸੀ। ਇਹ ਕਹਿੰਦਾ ਸੀ ਕਿ ਉਹ ਫਲਾਣੀ ਜਗ੍ਹਾ ਮੈਂ ਲੈਣੀ, ਹਾਲਾਂਕਿ ਵੱਡਾ ਮੈਂ ਸਾਂ, ਮੈਂ ਜੋ ਫੈਸਲਾ ਕਰਨਾ ਸੀ ਉਹ ਹੀ ਹੋਣਾ ਸੀ। ਲੇਕਿਨ ਕਹਿੰਦਾ ਉਹਨਾਂ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਮੈਂ ਉੱਥੋਂ ਕੋਈ ਚੀਜ਼ ਨਹੀਂ ਲਈ, ਆਪਣੀ ਜਨਾਨੀ ਤੇ ਆਪਣੀ ਬੱਚੀ ਲੈ ਕੇ ਉੱਥੋਂ ਨਿਕਲ ਆਇਆ ਸਾਂ। ਮੈਂ ਜੋ ਕੁਝ ਆ ਤੂੰ ਹੀ ਰੱਖ, ਮੈਂ ਤੇਰੇ ਨਾਲ ਲੜਾਈ ਕੋਈ ਨਹੀਂ ਕਰਨੀ। ਕਹਿੰਦਾ ਬੜਾ ਪਿਆਰ ਕਰਦਾ ਸਾਂ ਨਿੱਕੇ ਭਰਾ ਨਾਲ, ਮੈਂ ਉਹਦੇ ਨਾਲ ਲੜਨਾ ਨਹੀਂ ਸੀ ਚਾਹੁੰਦਾ, ਨਾ ਹੀ ਉਹਦੇ ਕੋਲ ਮੈਂ ਹਿੱਸਾ ਲੈਣਾ ਚਾਹੁੰਦਾ। ਬੀਵੀ ਮੇਰੀ ਨੇ ਬੜੀ ਵਾਰੀ ਆਖਿਆ, ਲੇਕਿਨ ਮੈਂ ਕਿਹਾ ਮੈਂ ਹੁਣ ਕੋਈ ਸ਼ੈ ਨਹੀਂ ਲੈਣੀ, ਐਸੇ ਤਰ੍ਹਾਂ ਹੀ ਮਰ ਜਾਣਾ, ਲੇਕਿਨ ਦੁਬਾਰਾ ਉਹਦੇ ਬੂਹੇ ਤੇ ਨਹੀਂ ਜਾਣਾ। ਕਹਿੰਦਾ ਬਹਰਹਾਲ ਉਹਨੇ ਮੈਨੂੰ ਆਖਿਆ, ਕਿਉਂਕਿ ਉਹਨੇ ਮੈਨੂੰ ਵੈਪਰ ਵੇਚਦਿਆਂ ਕਿਰੇ ਤੱਕ ਲਿਆ ਸੀ ਤੇ ਉਸ ਟਾਈਮ ਉਹ ਬੱਸ 'ਚ ਪਿਆ ਜਾਂਦਾ ਸੀ GT ਰੋਡ ਦੇ ਕੋਲੋਂ, ਤੇ ਉਸ ਵੇਲੇ ਉਹ ਗੱਲ ਨਹੀਂ ਸੀ ਕਰ ਸਕਦਾ। ਉਹਨੇ ਅੱਗੋਂ ਪੁੱਛ ਗਿੱਛ ਤੇ ਤਾਂ ਘਰ ਆਇਆ ਸੀ। ਬਹਰਹਾਲ ਕਹਿੰਦਾ ਜਿਸ ਵੇਲੇ ਆਇਆ ਉਹਨੇ ਸਾਰੀ ਦੁਕਾਨਾਂ ਸ਼ਾਨਾਂ ਦਿੱਤੀਆਂ। ਅੱਗੋਂ ਕੁੜੀ ਜਿਹੜੀ ਆਂਦੀ ਹੈ ਕਿ ਅੰਕਲ ਜੀ ਮੈਂ ਕੀ ਕਰਨੀਆਂ ਨੇ, ਸਾਰੀਆਂ ਦੁਕਾਨਾਂ ਸ਼ਾਨਾਂ ਜੋ ਕੁਝ ਵੀ ਹੈ ਤੁਹਾਡਾ ਹੀ ਹੈ, ਜੋ ਵੀ ਤੁਸੀਂ ਕਰਨਾ ਹੈ ਕਰ ਲਓ। ਕਹਿੰਦਾ ਕਰੋੜਾਂ ਦੀ ਜਗ੍ਹਾ ਸੀ, ਅੱਗੋਂ ਸੇ ਦੁਕਾਨਾਂ ਸ਼ਾਨਾਂ ਲੈ ਕੇ ਉਹਨਾਂ ਦਾ ਕਿਰਾਇਆ ਸ਼ਾਇਦ ਵੀ ਠੀਕ ਸੀ। ਕਹਿੰਦਾ ਅਸੀਂ ਜਿਹੜਾ ਉਸ ਤਰ੍ਹਾਂ ਸੈੱਟ ਹੋ ਗਏ, ਇਹ ਨਹੀਂ ਸੀ ਪਤਾ ਕਿ ਇੱਕ ਖੋਖੇ ਤੋਂ ਜਿਹੜਾ ਅੱਲਾ ਨੇ ਸਾਡੇ ਨਾਲ ਐਡਾ ਵੱਡਾ ਮੌਜਜ਼ਾ ਕਰ ਦੇਣਾ। ਇਨਸਾਨਾਂ ਨਾਲ ਮੌਜਜ਼ੇ ਹੁੰਦੇ ਆਏ ਨੇ, ਅਗਰ ਨੀਅਤ ਸਾਫ਼ ਹੋਵੇ ਤੇ ਅੱਲਾਹ ਤਾਲਾ ਜਿਹੜਾ ਤੁਹਾਡਾ ਕੰਮ ਹੈ ਉਹ ਆਸਾਨ ਕਰ ਸਕਦਾ। ਉਹ ਵੈਪਰ ਵੇਚਣ ਵਾਲਾ ਜਿਹੜਾ ਬਾਬਾ ਹੈ ਉਹ ਤੁਹਾਨੂੰ ਕਰੋੜਾਂ ਦਾ ਬਣਾ ਗਿਆ, ਹੋਰ ਤੁਹਾਨੂੰ ਕੀ ਚਾਹੀਦਾ। ਬਾਕੀ ਇਸ ਤਰ੍ਹਾਂ ਹੀ ਹੁੰਦਾ ਕਿ ਕੋਸ਼ਿਸ਼ ਕਰੋ, ਨੀਅਤ ਸਾਫ਼ ਕਰੋ ਤੇ ਤੁਹਾਡੀ ਮੰਜ਼ਿਲ ਆਸਾਨ ਹੋਵੇਗੀ। ਅਗਰ ਕੋਈ ਗਲਤੀ ਸ਼ਲਤੀ ਹੋਵੇ ਤਾਂ ਮਾਫੀ ਚਾਹਨਾ, ਪ੍ਰੋਫੈਸ਼ਨਲੀ ਕੋਸ਼ਿਸ਼ ਕਰਨਾ ਤੁਹਾਡੇ ਵਾਸਤੇ ਅੱਛੀ ਵੀਡੀਓ ਬਣਾ। ਦੁਆਵਾਂ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾਹ ਹਾਫਿਜ਼।